एक दानी सज्जन ने अपना एडा वड्डा कारोबार ठप्प करके विच काफ़ी असीं देखिआ इन्हां दा कपड़े दा भी सीगा, होर भी काफ़ी शोरूम बने ने इन्हां दे अंदर, होटल दे अंदर बिल्कुल ठप्प करके ते अज किसानां नाल जुड़े बैठे ने। किसानां दी देख रेख च इन्हां ने सारा होटल अपना संभालिआ। एक इहो ਜਿਹੇ ਕੰਮ करने ना बहुत ਵੱਡਾ दिल चाहिए। पहली गल तो यही आ, दूजी गल रब्बी रूहां ਹੁੰਦੀਆਂ ਨੇ। हर बंदा इन्ना ना बिजनेस घाटा नहीं खांदा हुंदा, क्योंकि किसान आ ना, जो किसान ने जो उगाउणा आपां सब ने उही खाना वा। ये इन्हां दे गल दिमाग दे विच पै गई आ। हुण इत्थे आपां नूं पता हरियाणे दे विच सरकार किहदी आ, बीजेपी सरकार है ना। हुण एडे वड्डे बिजनेसमैन लई इन्नी सेवा करनी, सेवा चल उहने आपदे पैसे कर देनी आ, ओहदा गल एक पासे रही छड्डो, पर उहने देखो भी रहना किवें आ। सरकार ने रहण ही देना, बहुत ज़्यादा उन्हां नूं मुश्किलां दा सामना करना पै रिहा वा, पर फिर भी देखो तगड़े हो के तुहाडे सामने कह रहे आ भी मेरा चाहे सारा कुछ विक जे, कोई गल नहीं, मैं किसानां दी सेवा करूँगा। मेरा सौभाग्य है, उस परमात्मा ने मेरे को इतना सामर्थ्य दिया है कि मैं सेवा कर पाऊँ। और जब मेरे पास परमात्मा ने सामर्थ्य दिया और मैं ना करूँ तो मेरे से गिरा हुआ आदमी कोई नहीं होगा सर। ਤੇ ਤੁਸੀਂ ਆਪਣੀ ਜ਼ਮੀਨ ਦਾ ਵੀ ਪਤਾ ਲੱਗਿਆ ਵੀ ਥੋੜੀ ਬਹੁਤੀ ਜ਼ਮੀਨ ਤੁਸੀਂ ਪੰਪ ਪੈਟਰੋਲ ਪੰਪ ਬਿਜ਼ਨਸ ਕਰਨ ਨੂੰ ਰੱਖੀ ਸੀਗੀ, ਉਹ ਵੀ ਵੇਚੀ ਹੈ। ऐसा है जी, ये ज़रूरी है। डिसीजन अगर बड़े लेने हैं तो खर्चे बड़े होते हैं। ਤੁਸੀਂ ਦੱਸਿਆ ਪਹਿਲਾਂ ਤੁਹਾਡਾ ਸਟਾਰਟਿੰਗ 'ਚ ਚਾਹ ਦਾ ਕਾਰੋਬਾਰ ਸੀਗਾ, ਚਾਹ ਦਾ ਕੰਮ ਕਰਦੇ ਸੀਗੇ ਤੇ ਉੱਥੋਂ ਤੁਸੀਂ ਮਿਹਨਤ ਕੀਤੀ ਆ, ਪਰਮਾਤਮਾ ਨੇ ਰੰਗ ਲਾਇਆ, ਇੱਥੇ ਤੱਕ ਪਹੁੰਚੇ ਹੋ। ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਚਾਹ ਦਾ ਕੰਮ ਕਰਦੇ ਸੀਗੇ, ਤੁਸੀਂ ਚਾਹ ਦਾ ਕੰਮ ਕਰਦੇ ਕਰਦੇ ਤੁਹਾਨੂੰ ਜਿੰਨਾ ਕੁ ਦਿੱਤਾ ਉਹ ਵੀ ਤੁਸੀਂ ਲੋਕਾਂ ਨੂੰ ਦੇਤਾ, ਲੋਕਾਂ ਲਈ ਸਮਰਥ ਜੋ ਵੀ ਸੇਵਾ ਸੀਗੀ ਉਹ ਕਰਤੀ। ਤੇ ਪ੍ਰਧਾਨ ਮੰਤਰੀ ਨੇ ਉਹ ਕੁਰਸੀ ਤੇ ਬੈਠ ਗਏ ਨੇ, ਪਰ ਫਿਰ ਵੀ ਲੋਕਾਂ ਨੂੰ ਮਾਰਨ ਦੀ ਸੋਚ ਕਰ ਰਹੇ ਨੇ। जी, आप भी इस चक्कर में मत पड़ जाओ कि चाय वाले को परमात्मा ज़्यादा देता है, कभी आप भी चाय की रेडी लगानी शुरू कर दो। इस चक्कर में मत पड़ जाना। यहाँ तो यहाँ वाला आदमी किसी का नहीं रखता। आप लोग किसी मजदूर से मजदूरी कराते हो, उसकी मजदूरी नहीं रखते, देते हो। ऊपर रखेगा किसी की नहीं रखते। और एक बात और बता दूँ, कोई कहीं बैठ के खाए, खाएगा अपने कर्म का। खाने की जगह कोई हो सकती है, लेकिन खाएगा वो जो उसका लिखा है। इतिहास दे विच ਇਹ ਗੋਲਡਨ ਹੱਟ ਦਾ ਨਾ ਜਾਂਦੀ ਰਹਿੰਦੀ ਦੁਨੀਆ ਤੱਕ ਰਹਿਣਾ ਵਾ। ਜਦੋਂ ਤੁਸੀਂ ਇੱਧਰ ਨੂੰ ਆਇਆ ਕਰੋਗੇ ਨਾ, ਜਦ ਤੁਸੀਂ ਜਾਂ ਮੈਂ ਹੋਰ ਵੀ ਆਪਾਂ ਹੋ ਸਕਦੇ ਹਾਂ, ਜਦੋਂ ਆਪਾਂ ਕਿਤੇ ਦਿੱਲੀ ਵੱਲ ਨੂੰ ਆਇਆ ਕਰਾਂਗੇ, ਜਾਂ ਕਿਸੇ ਯਾਰ ਮਿੱਤਰ ਨੂੰ ਏਅਰਪੋਰਟ ਤੋਂ ਲੈਣ ਆ ਗਿਆ, ਆਪਾਂ ਇਹ ਗੱਲ ਕਿਹਾ ਕਰਾਂਗੇ, ਆ ਯਾਰ ਗੋਲਡਨ ਹੱਟ ਆ, ਉਹ ਇੱਥੇ ਖੜਦੇ ਆ ਜਿਹਨੇ ਆਪਣਾ ਪੰਜਾਬੀਆਂ ਦਾ ਦੇਖ ਰੇਖ ਰੱਖੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ। ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ। ਤਕਰੀਬਨ 4 ਮਹੀਨਿਆਂ ਤੋਂ ਉੱਪਰ ਜਿਹੜਾ ਸਮਾਂ ਹੈ ਕਿਸਾਨੀ ਅੰਦੋਲਨ ਨੂੰ ਹੋ ਗਿਆ ਚੱਲਦੇ ਨੂੰ। ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ ਆਪਣੇ ਹੱਕਾਂ ਨੂੰ ਲੈਣ ਦੇ ਲਈ। ਸੈਂਟਰ ਵੱਲੋਂ ਜੋ ਖੇਤੀ ਕਾਨੂੰਨ ਲਿਆਂਦੇ ਗਏ ਨੇ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਇਸ ਟਾਈਮ ਖੜੇ ਹਾਂ ਅਸੀਂ ਕਿਸਾਨੀ ਅੰਦੋਲਨ ਦੇ ਬਿਲਕੁਲ ਵਿੱਚ। ਕਿਸਾਨਾਂ ਦੇ ਜਿਹੜੇ ਰਹਿਣ ਬਸੇਰੇ ਨੇ ਇੱਥੇ ਬਣਾਏ ਗਏ ਨੇ। ਜਿਹੜਾ ਰੋਡ ਆ, ਮੇਨ ਹਾਈਵੇ ਆ ਦਿੱਲੀ ਤੋਂ ਅੰਮ੍ਰਿਤਸਰ ਨੂੰ ਜਾਂਦਾ, ਉਹਦੇ ਉੱਪਰ ਖੜਿਆ। ਉਹਦੇ ਨਾਲ ਕਈ ਮਸ਼ਹੂਰ ਢਾਬੇ ਨੇ, ਚਾਹੇ ਉਹ ਸੁਖਦੇਵ ਅਮਰੀਕ ਢਾਬਾ ਏ ਜਾਂ ਫਿਰ ਹੋਰ ਕਾਫੀ ਢਾਬੇ। ਅਸੀਂ ਖੜੇ ਹਾਂ ਗੋਲਡਨ ਹੱਟ ਤੇ, ਤੁਹਾਨੂੰ ਦਿਖਾ ਰਹੇ ਹਾਂ। ਇਹ ਹੈ ਗੋਲਡਨ ਹੱਟ। ਜਿਹੜੀ ਗੋਲਡਨ ਹੱਟ ਹੈ ਇਹ ਇੱਕ ਢਾਬਾ ਏ ਤੇ ਇਸ ਦਾ ਜਿਹੜਾ ਮਾਲਕ ਹੈ ਉਸ ਵੱਲੋਂ ਕਿਸਾਨਾਂ ਲਈ ਇਹ ਢਾਬਾ ਬਿਲਕੁਲ ਫ੍ਰੀ ਕੀਤਾ ਗਿਆ ਏ। ਤਕਰੀਬਨ ਜਦੋਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਏ ਉਦੋਂ ਤੋਂ ਹੀ ਇਹ ਢਾਬੇ ਤੇ ਕਿਸਾਨਾਂ ਲਈ ਰਹਿਣ ਬਸੇਰਾ ਬਣਾਇਆ ਗਿਆ ਏ। ਲੰਗਰ ਪਾਣੀ ਦੀ ਫ੍ਰੀ ਸੇਵਾ ਕੀਤੀ ਜਾ ਰਹੀ ਆ। ਤੇ ਅੱਜ ਇੱਥੇ ਇੱਕ ਹੋਰ ਉਪਰਾਲਾ ਕੀਤਾ ਗਿਆ। ਇਹਦੇ ਮਾਲਕ ਨੇ ਰਾਮ ਸਿੰਘ ਰਾਣਾ ਜੀ, ਉਹਨਾਂ ਵੱਲੋਂ ਫ੍ਰੀ ਪਾਣੀ ਦੀਆਂ ਸੇਵਾਵਾਂ ਨੇ ਜਿਹੜੀਆਂ ਰੈਪਰ ਨੇ 1100 ਦੇ ਕਰੀਬ ਰੈਪਰ ਜਿਹੜੇ ਲੱਤੇ ਗਏ ਨੇ। ਆਪਣੀ 5 ਏਕੜ ਦੇ ਕਰੀਬ ਜ਼ਮੀਨ ਸੀਗੀ ਇਹਨਾਂ ਦੀ, 3 ਏਕੜ ਦੇ ਕਰੀਬ ਜ਼ਮੀਨ ਸੀਗੀ ਜਿਹੜੀ ਇਹਨਾਂ ਨੇ ਵੇਚ ਕੇ ਕਿਸਾਨਾਂ ਦੇ ਲਈ ਇਹ ਉਪਰਾਲਾ ਕੀਤਾ ਹੈ। ਉਹ ਜ਼ਮੀਨ ਬਿਜ਼ਨਸ ਕਰਨ ਲਈ ਲੱਤੀ ਗਈ ਸੀਗੀ
ਪੈਟਰੋਲ ਪੰਪ ਲਗਾਉਣੇ ਸੀਗੇ, ਹੋਰ ਜੋ ਬਿਜ਼ਨਸ ਸੀਗਾ ਉਹ ਵਧਾਉਣਾ ਸੀਗਾ ਆਪਣਾ, ਪਰ ਅੱਜ ਇਹਨਾਂ ਵੱਲੋਂ ਉਹ ਜ਼ਮੀਨ ਵੇਚ ਕੇ ਫ੍ਰੀ ਪਾਣੀ ਦੀਆਂ ਸੇਵਾਵਾਂ ਨੇ ਜਿਹੜੀਆਂ ਕਿਸਾਨਾਂ ਦੇ ਲਈ ਸ਼ੁਰੂ ਕੀਤੀਆਂ ਗਈਆਂ ਨੇ। ਅੱਜ ਤੋਂ ਉਹਦੀ ਮੁਕੰਮਲ ਤਿਆਰੀ ਆ ਜਿਹੜੀ ਉਹ ਚੱਲ ਰਹੀ ਆ। ਜਿਹੜੇ ਪਾਣੀ ਦੇ ਸੁਧਾਰ ਲਈ ਜੋ ਪਲਾਟ ਬਣੇ ਨੇ ਉਹ ਪਲਾਟ ਠੇਕੇ ਤੇ ਲੈ ਲਿੱਤੇ ਗਏ ਨੇ ਤੇ ਆਪਣਾ ਵੀ ਪਲਾਟ ਲਗਾ ਰਹੇ ਨੇ। ਵੱਡੀ ਗਿਣਤੀ 'ਚ ਇੱਥੇ ਕਿਸਾਨ ਪਹੁੰਚੇ ਨੇ, ਕਿਸਾਨ ਲੀਡਰ ਪਹੁੰਚੇ ਨੇ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਤੇ ਇਹ ਦੇਖੋ ਤੁਸੀਂ, ਕਿਸਾਨਾਂ ਲਈ ਫ੍ਰੀ ਲੰਗਰ ਸੇਵਾ ਹੈ ਜਿਹੜੀ ਇੱਥੇ ਚਲਾਈ ਜਾ ਰਹੀ ਆ। ਵਧੀਆ ਪ੍ਰਬੰਧ ਕੀਤੇ ਗਏ ਨੇ ਲੰਗਰਾਂ ਦੇ। ਇਹ ਜਦੋਂ ਤੋਂ ਅੰਦੋਲਨ ਚੱਲ ਰਿਹਾ ਹੈ ਉਦੋਂ ਤੋਂ ਹੀ ਇਹ ਸੇਵਾਵਾਂ ਚੱਲ ਰਹੀਆਂ ਨੇ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨਾਂ ਦੇ ਲਈ ਜਿਹੜੇ ਲੰਗਰਾਂ ਦੇ ਪ੍ਰਬੰਧ ਨੇ ਇੱਥੇ ਕੀਤੇ ਜਾਂਦੇ ਨੇ। ਕਿਸਾਨ ਨੇ ਜਿਹੜੇ ਲੰਗਰ ਛਕ ਰਹੇ ਨੇ 24 ਘੰਟੇ ਇਹ ਜਿਹੜੀ ਲੰਗਰ ਦੀ ਸੇਵਾ ਹੈ ਇੱਥੇ ਚੱਲਦੀ ਆ। ਕਿਸੇ ਟਾਈਮ ਵੀ ਕੋਈ ਵੀ ਕਿਸਾਨ ਆ ਕੇ ਇੱਥੇ ਲੰਗਰ ਛਕ ਸਕਦਾ ਏ ਤੇ ਬਜ਼ੁਰਗ ਨੇ ਇੱਥੇ ਲੰਗਰ ਛਕ ਰਹੇ ਨੇ ਤੇ ਲੰਗਰ ਸੇਵਾਵਾਂ ਨੇ ਜੋ ਚਲਾਈਆਂ ਗਈਆਂ ਨੇ ਇਹਨਾਂ ਵੱਲੋਂ। ਤਕਰੀਬਨ ਜਦੋਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਦੋਂ ਤੋਂ ਹੀ ਇਹ ਸੇਵਾਵਾਂ ਜਾਰੀ ਨੇ। ਰਾਮ ਸਿੰਘ ਜੀ ਰਾਣਾ ਵੱਲੋਂ ਗੋਲਡਨ ਹੱਟ ਇਹਨਾਂ ਦਾ ਜਿਹੜਾ ਇੱਥੇ ਹੋਟਲ ਸੀਗਾ, ਕਾਫੀ ਨਾਮ ਸੀਗਾ ਇਹਦਾ, ਕਾਫੀ ਮਸ਼ਹੂਰ ਵੱਡਾ ਹੋਟਲ ਸੀਗਾ ਤੇ ਕਿਸਾਨਾਂ ਲਈ ਇੱਥੇ ਜਿਹੜੇ ਰੋਟੀ ਦੇ ਲੰਗਰਾਂ ਦੇ ਪ੍ਰਬੰਧ ਨੇ ਉਹ ਕੀਤੇ ਗਏ ਨੇ। ਰਹਿਣ ਬਸੇਰੇ ਬਣਾਏ ਗਏ ਨੇ। ਕਿਸਾਨਾਂ ਨੂੰ ਹਰ ਇੱਕ ਸਹੂਲਤ ਦਿੱਤੀ ਜਾ ਰਹੀ ਆ। ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਕਿਸਾਨੀ ਆ, ਕਿਸਾਨੀ ਤੋਂ ਬਿਨਾਂ ਜਿਹੜਾ ਇਨਸਾਨ ਆ ਉਹ ਸੁਣਨਾ ਹੈ। ਹਰ ਇੱਕ ਚੀਜ਼ ਆ ਜਿਹੜੀ ਕਿਸਾਨ ਦੇ ਖੇਤ ਚੋਂ, ਕਿਸਾਨ ਦੇ ਘਰ ਚੋਂ ਮੁਹੱਈਆ ਹੁੰਦੀ ਆ, ਚਾਹੇ ਉਹ ਸਵੇਰ ਦੇ ਨਾਸ਼ਤੇ ਵਿੱਚ ਵਰਤੇ ਜਾਣ ਵਾਲੇ ਬ੍ਰੈਡ ਜਾਂ ਫਿਰ ਚਾਹ ਦਾ ਕੱਪ ਹੈ, ਉਹ ਇੱਥੇ ਸੇਵਾਵਾਂ ਕਰ ਰਹੇ ਨੇ। ਸਾਡੇ ਨਾਲ ਕਿਸਾਨ ਵੀ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਭਾਈ ਫਤਿਹ। ਕੀ ਨਾਮ ਹੈ ਜੀ? ਗੁਰਵਿੰਦਰ ਸਿੰਘ ਕੁਮਕਲਾਂ। ਗੁਰਵਿੰਦਰ ਸਿੰਘ ਜੀ, ਕੀ ਕहेंगे ਤੁਸੀਂ ਜਿਹੜਾ ਰਾਮ ਸਿੰਘ ਜੀ ਰਾਣਾ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਨੇ? ਤਕਰੀਬਨ ਜਦੋਂ ਤੋਂ ਅੰਦੋਲਨ ਚੱਲ ਰਿਹਾ ਇੱਥੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਆ। ਹੁਣ ਪਾਣੀ ਦੇ ਜਿਹੜੇ ਉਪਰਾਲੇ ਨੇ ਬਾਰਡਰਾਂ ਤੇ ਪਹੁੰਚਾਉਣ ਦੇ ਰੈਪਰ ਦਾ ਪ੍ਰਬੰਧ ਕੀਤੇ ਜਾ ਰਹੇ ਨੇ, ਕੀ ਕहेंगे? ਬਹੁਤ ਵਧੀਆ ਉਪਰਾਲਾ ਜੀ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸੰਯੁਕਤ ਮੋਰਚੇ ਵੱਲੋਂ। ਜਦੋਂ ਤੋਂ ਸਾਡਾ 26 ਨਵੰਬਰ ਤੋਂ ਇੱਥੇ ਮੋਰਚਾ ਸ਼ੁਰੂ ਹੋਇਆ ਉਸੇ ਦਿਨ ਤੋਂ ਇਹਨਾਂ ਨੇ ਸਾਡੇ ਅੰਦੋਲਨ ਜੋ ਕਰਨ ਆ ਰਹੇ ਕਿਸਾਨਾਂ ਦੀ ਬਹੁਤ ਮਦਦ ਕੀਤੀ ਆ। ਆਪਦੇ ਇਸ ਹੋਟਲ ਦਾ ਦਰਵਾਜ਼ੇ ਖੁੱਲ੍ਹੇ ਰੱਖਿਆ, ਨਹਾਉਣ ਪਾਣੀ ਦਾ, ਹੋਰ ਇੱਥੋਂ ਤੱਕ ਕਿ ਲੰਗਰ ਦਾ ਵੀ ਸਾਨੂੰ ਇੱਥੋਂ ਪ੍ਰਬੰਧ ਹੁੰਦਾ ਹੈ, ਪਾਣੀ ਦਾ ਵੀ ਬਹੁਤ ਪ੍ਰਬੰਧ ਆ। ਅਸੀਂ ਇਹੋ ਜਿਹੇ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਹਾਂ ਤੇ ਸਰਕਾਰ ਨੂੰ ਇਹ ਵੀ ਕਹਿੰਦੇ ਆ ਕਿ ਦੇਖੋ ਇਹ ਜੋ ਆਮ ਲੋਕ ਨੇ ਇਹ ਵੀ ਇਸ ਅੰਦੋਲਨ ਨਾਲ ਜੁੜੇ ਨੇ, ਕਿਉਂਕਿ ਇਹਨਾਂ ਦੇ ਜੋ ਬਿੱਲ ਨੇ ਬਹੁਤ ਮਾਰੂ ਨੇ। ਇਹ ਸਾਰੇ ਲੋਕ ਸਮਝ ਚੁੱਕੇ ਆ ਕਿ ਇਹ ਬਿੱਲਾਂ ਦਾ ਅਸਰ ਇਕੱਲੇ ਕਿਸਾਨਾਂ 'ਤੇ ਨਹੀਂ, ਸਾਰੇ ਆਮ ਜਨਤਾ 'ਤੇ ਪੈਣਾ। ਖਾਣ ਵਾਲਾ ਵੀ ਮਰ ਜੂ ਤੇ ਉਗਾਉਣ ਵਾਲਾ ਵੀ ਮਰ ਜੂ। ਇਸ ਲਈ ਸਾਰੇ ਅੰਦੋਲਨਾਂ ਜੁੜ ਰਹੇ ਆ। ਇਹ ਕਰੋਨਾ ਮਹਾਮਾਰੀ ਦਾ ਸਮਾਂ ਜਿਸ ਤਰੀਕੇ ਨਾਲ ਇਹ ਰੌਲਾ ਪਾ ਰਹੀ ਹੈ ਸੈਂਟਰ ਸਰਕਾਰ, ਇਹ ਸਮਝ ਜਾਵੇ ਤੇ ਇਸ ਨੂੰ ਕਾਨੂੰਨਾਂ ਨੂੰ ਵਾਪਸ ਲਗੇ, ਸਾਰੇ ਕਿਸਾਨਾਂ ਨੂੰ ਘਰੇ ਵਾਪਸ ਤੋਰੇ ਤੇ ਆਪਣਾ ਫਰਜ਼ ਨਿਭਾਵੇ। ਜੀ ਜੀ, ਧੰਨਵਾਦ ਜੀ। ਹੋਰ ਵੀ ਸਾਡੇ ਨਾਲ ਵੀਰ ਨੇ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਜੀ ਪਰਵਿੰਦਰ ਸਿੰਘ ਹੈ ਜੀ। ਪਰਵਿੰਦਰ ਸਿੰਘ ਜੀ, ਕੀ ਕहेंगे? ਇੱਕ ਦਾਨੀ ਸੱਜਣ ਨੇ ਆਪਣਾ ਐਡਾ ਵੱਡਾ ਕਾਰੋਬਾਰ ਠੱਪ ਕਰਕੇ, ਵਿੱਚ ਕਾਫੀ ਅਸੀਂ ਦੇਖਿਆ ਇਹਨਾਂ ਦਾ ਕੱਪੜੇ ਦਾ ਵੀ ਸੀਗਾ, ਹੋਰ ਵੀ ਕਾਫੀ ਸ਼ੋਰੂਮ ਬਣੇ ਨੇ ਇਹਨਾਂ ਦੇ ਅੰਦਰ, ਹੋਟਲ ਦੇ ਅੰਦਰ, ਬਿਲਕੁਲ ਠੱਪ ਕਰਕੇ ਤੇ ਅੱਜ ਕਿਸਾਨਾਂ ਨਾਲ ਜੁੜੇ ਬੈਠੇ ਨੇ। ਕਿਸਾਨਾਂ ਦੀ ਦੇਖ ਰੇਖ 'ਚ ਇਹਨਾਂ ਨੇ ਸਾਰਾ ਹੋਟਲ ਆਪਣਾ ਸੰਭਾਲ ਦਿੱਤਾ ਜੀ। ਬਾਈ ਜੀ ਪਤਾ ਗੱਲ ਕੀ ਆ, ਇੱਕ ਇਹੋ ਜਿਹੇ ਕੰਮ ਕਰਨੇ ਨਾ ਬਹੁਤ ਵੱਡਾ ਦਿਲ ਚਾਹੀਦਾ। ਪਹਿਲੀ ਗੱਲ ਤਾਂ ਇਹੀ ਆ। ਦੂਜੀ ਗੱਲ ਇਹ ਰੱਬੀ ਰੂਹਾਂ ਹੁੰਦੀਆਂ ਨੇ, ਠੀਕ ਹੈ ਜੀ। ਇਹ ਮਹਾਰਾਜਾ ਨਹੀਂ, ਇਹਨਾਂ ਦੀ ਬੁੱਧੀ ਸਿੱਧੀ ਵਕਤ ਇੱਕ ਲੋਕਾਂ ਦੀ ਭਲਾਈ ਇੰਨੀ ਲੱਗ ਜਾਂਦੀ ਆ। ਹੁਣ ਮੰਨ ਕੇ ਚਲੋ ਤੁਸੀਂ ਹੋ ਜਾਂ ਮੈਂ ਆ, ਹਰ ਬਹੁਤ ਲੋਕ ਨੇ ਜਿਹੜੇ ਕਰੋੜਾਂ ਅਰਬਾਂਪਤੀ ਹੈਗੇ ਆ, ਪਰ ਹਰ ਬੰਦਾ ਇੰਨਾ ਨਾ ਬਿਜ਼ਨਸ ਘਾਟਾ ਨਹੀਂ ਖਾਂਦਾ ਹੁੰਦਾ, ਕਿਉਂਕਿ ਕਿਸਾਨ ਆ ਨਾ, ਜੋ ਕਿਸਾਨ ਨੇ ਜੋ ਉਗਾਉਣਾ ਆਪਾਂ ਸਭ ਨੇ ਉਹੀ ਖਾਣਾ ਵਾ। ਇਹ ਇਹਨਾਂ ਦੇ ਗੱਲ ਦਿਮਾਗ ਦੇ ਵਿੱਚ ਪੈ ਗਈ ਆ। ਇੱਥੇ ਅਸੀਂ ਪਹਿਲਾਂ ਦੇਖਿਆ ਸਟਾਰਟਿੰਗ 'ਚ ਜਦੋਂ ਅੰਦੋਲਨ ਸਟਾਰਟ ਹੋਇਆ, ਕੁਝ ਵੀਡੀਓ ਵਾਇਰਲ ਹੋ ਰਹੀਆਂ ਸੀ। ਕਾਫੀ ਮਸ਼ਹੂਰ ਢਾਬੇ ਨੇ ਸਾਡੇ ਪੰਜਾਬ 'ਚ, ਨਾਮ ਆ ਉਸ ਢਾਬੇ ਦਾ, ਬਈ ਉਹਨਾਂ ਵੱਲੋਂ ਲੰਗਰ ਫ੍ਰੀ ਲਗਾਏ ਗਏ ਨੇ ਕਿਸਾਨਾਂ ਦੇ ਲਈ। ਉਹ ਸੁਣਨ 'ਚ ਆਇਆ ਵੀ ਇੱਕ ਅੱਧਾ ਦਿਨੇ ਸੀਗਾ, ਉਹਨਾਂ ਨੇ ਵੀ ਬੰਦ ਕਰ ਦਿੱਤਾ, ਪਰ ਇਹ ਨੇ ਹਰਿਆਣੇ ਤੋਂ ਨੇ, ਪਰ ਫਿਰ ਵੀ ਐਡਾ ਵੱਡਾ ਇਹਨਾਂ ਦਾ ਦਿਲ ਦਰਿਆ ਹੈ। ਇਹ ਜੀ ਫਿਰ ਉਹੀ ਗੱਲ ਕਿ ਇਹਨਾਂ ਨੇ ਬਹੁਤ ਆਪਣੇ ਹੋਏ ਸੀਗੇ ਹਜੇ ਕਈ ਢਾਬੇ ਹੈ ਜੋ ਇਹਨਾਂ ਨੇ ਜਾਨੀ 15 ਦਿਨ 20 ਦਿਨ ਲੰਗਰ ਲਗਾਏ ਨੇ, ਪਰ ਉਹਨਾਂ ਨੇ ਫਿਰ ਦੇਖਿਆ ਵੀ ਇਹ ਤਾਂ ਕੰਮ ਜਾਂਦੀ। ਉਦੋਂ ਆਏ ਸੀ ਨਾ, ਜਿਵੇਂ ਆਏ ਆ ਮੰਨ ਲਾ ਹਫ਼ਤਾ 10 ਦਿਨ ਦੀ, ਉਦੋਂ ਆਏ ਸੀ ਹਫ਼ਤਾ 10 ਦਿਨ ਦੀ ਖੇਡ ਆ, ਚਲੋ ਆਪਾਂ ਨਾਮ ਖੱਟ ਲਈਏ ਜਾਂ ਨੂੰ ਕੰਮ ਹੋ ਜਾਣਾ ਵਾ।
ਪਰ ਹੁਣ ਜਦੋਂ ਇਹਨਾਂ ਲੰਮਾ ਟਾਈਮ ਸਾਰਿਆਂ ਨਾਲੋਂ ਵੱਡਾ ਲੰਮਾ ਟਾਈਮ ਇਹ ਜਾਂਦੀ ਇਹਨਾਂ ਨੇ ਕੀਤਾ ਵਾ ਗੋਲਡਨ ਹੱਟ ਵਾਲਿਆਂ ਨੇ। ਹੁਣ ਜਦੋਂ ਇਹਨਾਂ ਨੇ ਹੁਣ ਸਾਰਿਆਂ ਨਾਲੋਂ ਵੱਡਾ ਇਹਨਾਂ ਉਪਰਾਲਾ ਤੁਸੀਂ ਆਪ ਦੇਖ ਹੀ ਚੁੱਕੇ ਹੋ, ਜਿਹੜਾ ਪਾਣੀ ਦਾ ਸਾਰਿਆਂ ਨਾਲੋਂ ਵੱਡੀ ਆਪਣੀ ਹੈ ਨਾ ਜ਼ਮੀਨ ਤੱਕ ਵੇਚ ਦਿੱਤੀ ਹੈ। ਬਿਲਕੁਲ ਜੀ। ਹੁਣ ਜ਼ਮੀਨ ਦੀ ਵੀ ਚੱਲ ਛੱਡੋ ਤੁਸੀਂ, ਕਿਉਂਕਿ ਬਾਈ ਜੀ ਜਿਹੜਾ ਬਿਜ਼ਨਸਮੈਨ ਬੰਦਾ ਹੁੰਦਾ ਨਾ, ਹੁਣ ਇੱਥੇ ਆਪਾਂ ਨੂੰ ਪਤਾ ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਆ, ਬੀਜੇਪੀ ਸਰਕਾਰ ਹੈ ਨਾ। ਹੁਣ ਐਡੇ ਵੱਡੇ ਬਿਜ਼ਨਸਮੈਨ ਲਈ ਇੰਨੀ ਸੇਵਾ ਕਰਨੀ, ਸੇਵਾ ਚੱਲ ਉਹਨੇ ਆਪਦੇ ਪੈਸੇ ਕਰ ਦੇਣੀ ਆ, ਉਹਦਾ ਗੱਲ ਇੱਕ ਪਾਸੇ ਰਹੀ ਛੱਡੋ, ਪਰ ਉਹਨੇ ਦੇਖੋ ਵੀ ਰਹਿਣਾ ਕਿਵੇਂ ਆ। ਸਰਕਾਰ ਨੇ ਰਹਿਣ ਨਹੀਂ ਦੇਣਾ, ਬਹੁਤ ਜ਼ਿਆਦਾ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ, ਪਰ ਫਿਰ ਵੀ ਦੇਖੋ ਤਕੜੇ ਹੋ ਕੇ ਤੁਹਾਡੇ ਸਾਹਮਣੇ ਕਹਿ ਰਹੇ ਆ ਵੀ ਮੇਰਾ ਚਾਹੇ ਸਾਰਾ ਕੁਝ ਵਿਕ ਜੇ ਕੋਈ ਗੱਲ ਨਹੀਂ, ਮੈਂ ਕਿਸਾਨਾਂ ਦੀ ਸੇਵਾ ਕਰੂੰਗਾ। ਦੇਖੋ ਬਹੁਤ ਵੱਡੀ ਗੱਲ ਹੁੰਦੀ ਹੈ ਬਾਈ ਜੀ, ਇਹ ਖਾਸ ਕਰਕੇ ਇਹ ਇਤਿਹਾਸ ਦੇ ਵਿੱਚ ਇਹ ਗੋਲਡਨ ਹੱਟ ਦਾ ਨਾ ਜਾਂਦੀ ਰਹਿੰਦੀ ਦੁਨੀਆ ਤੱਕ ਰਹਿਣਾ ਵਾ। ਜਦੋਂ ਤੁਸੀਂ ਇੱਧਰ ਨੂੰ ਆਇਆ ਕਰੋਗੇ ਨਾ, ਜਦ ਤੁਸੀਂ ਜਾਂ ਮੈਂ ਹੋਰ ਵੀ ਆਪਾਂ ਹੋ ਸਕਦੇ ਹਾਂ, ਜਦੋਂ ਆਪਾਂ ਕਿਤੇ ਦਿੱਲੀ ਵੱਲ ਨੂੰ ਆਇਆ ਕਰਾਂਗੇ, ਜਾ ਕੇ ਯਾਰ ਮਿੱਤਰ ਨੂੰ 에ਅਰਪੋਰਟ ਤੋਂ ਲੈਣ ਆ ਗਿਆ, ਆਪਾਂ ਇਹ ਗੱਲ ਕਿਹਾ ਕਰਾਂਗੇ ਆ ਯਾਰ ਗੋਲਡਨ ਹੱਟ ਆ, ਉਹ ਇੱਥੇ ਖੜਦੇ ਆ ਜਿਹਨੇ ਆਪਣਾ ਪੰਜਾਬੀਆਂ ਦਾ ਦੇਖ ਰੇਖ ਰੱਖੀ ਹੈ ਯਾਰ। ਇੱਕ ਗੱਲ ਆ ਬਾਈ ਜੀ, ਇਹ ਮੰਨਣ ਵਾਲੀ ਗੱਲ ਹੈ, ਜਾਂਦੀ ਹਰ ਪੰਜਾਬੀ ਨੂੰ ਗੱਲ ਇਹ ਮੰਨਣੀ ਚਾਹੀਦੀ ਆ। ਜੇ ਆਪਾਂ ਫੇਰ ਵੀ ਆਪਾਂ ਜੇ ਕਿਸੇ ਦਾ ਨਾ ਕਹਿ ਦਈਏ ਮੁੜ ਕੇ ਆਪਾਂ ਅੱਜ ਬੰਦੇ ਨੇ ਕਰਤਾ ਆਪਾਂ ਕੱਲ੍ਹ ਨੂੰ ਭੁੱਲ ਜਾਈਏ, ਆਪਣੇ ਲਈ ਬਹੁਤ ਮਾੜੀ ਗੱਲ ਹੋਵੇ। ਇਹ ਗੱਲ ਹਕੀਕਤ ਆ ਜੀ, ਜਿਹੜੀ ਗੱਲ ਹਕੀਕਤ ਉਹ ਹਕੀਕਤ ਹੀ ਰਹੂਗੀ, ਉਹ ਕਦੇ ਝੂਠ ਨਹੀਂ ਸਾਬਤ ਹੁੰਦੀ। ਸਾਡੇ NRI ਵੀ ਦੇਖਦੇ ਹੋਣੇ, ਆਉਂਦੇ ਪਏ ਹੁਣ, ਉਹ ਸਪੈਸ਼ਲ ਦੇਖਣ ਦੇ ਖਾਤਰ, ਚਾਹੇ ਇੱਥੇ ਉਹਨਾਂ ਨੇ ਕੋਈ ਖਾਣਾ ਚਾਹੇ ਨਾ, ਇਹਨਾਂ ਨੂੰ ਮਿਲਣ ਦੇ ਖਾਤਰ, ਦੇਖਣ ਦੇ ਖਾਤਰ ਇੱਥੇ ਜ਼ਰੂਰ ਰੁਕਣਗੇ। ਬਿਲਕੁਲ ਰੁਕਣਗੇ ਜੀ, ਰੁਕਣਗੇ ਕਿਉਂ ਨਹੀਂ। ਉਹ ਇੱਥੇ ਆ ਕੇ ਇਹਨਾਂ ਧੰਨਵਾਦ ਕਰਕੇ ਜਾਇਆ ਕਰਨਗੇ ਜੀ, ਚਾਹੇ ਉਹ ਬੇਸ਼ੱਕ ਤੋਂ ਇੱਕ ਬੂੰਦ ਪਾਣੀ ਦੀ ਵੀ ਨਾ ਪੀਣ, ਕੋਈ ਗੱਲ ਨਹੀਂ, ਪਰ ਇਹਨਾਂ ਕੋਲ ਰੁਕ ਕੇ ਨਾ ਸਤਿਕਾਰ ਕਰਕੇ ਨਾ ਧੰਨਵਾਦ ਕਰਕੇ ਜਾਇਆ ਕਰਨਗੇ ਵੀ ਸਾਡੇ ਕਿਸਾਨ ਭਰਾਵਾਂ ਦਾ ਇਹਨਾਂ ਨੇ ਸਾਂਭੇ ਆ ਇੱਥੇ। ਜੀ ਬਿਲਕੁਲ ਜੀ, ਧੰਨਵਾਦ ਜੀ, ਧੰਨਵਾਦ। ਹਾਂਜੀ, ਇਹ ਸਨ ਵੀਰ ਜਿਹੜੇ ਇੱਥੇ ਕਿਸਾਨੀ ਅੰਦੋਲਨ 'ਚ ਡਟੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਗੋਲਡਨ ਹੱਟ ਆ, ਇਹਦਾ ਨਾਮ ਆ ਜਿਹੜਾ ਇਤਿਹਾਸ ਵਿੱਚ ਦਰਜ ਹੋਣਾ ਹੈ, ਤੇ ਵੱਡੀ ਗਿਣਤੀ 'ਚ ਜਿਹੜੇ ਲੋਕ ਨੇ ਇੱਥੇ ਇਹਨਾਂ ਨੂੰ ਮਿਲਣ ਲਈ, ਇਹਨਾਂ ਦਾ ਧੰਨਵਾਦ ਕਰਨ ਲਈ, ਜਿਹੜੇ ਸਾਡੇ ਖਾਸ ਕਰਕੇ NRI ਭਰਾ ਨੇ, ਉਹ ਆਇਆ ਕਰਨਗੇ ਤੇ ਇਸ ਗੋਲਡਨ ਹੱਟ ਤੇ ਰੁਕ ਕੇ ਇਹਨਾਂ ਦਾ ਧੰਨਵਾਦ ਜ਼ਰੂਰ ਕਰਕੇ ਜਾਇਆ ਕਰਨਗੇ। ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਵੱਲੋਂ ਸਪੈਸ਼ਲ ਜਿਹੜੀਆਂ ਗੱਡੀਆਂ ਨੇ ਉਹ ਵੀ ਤਿਆਰ ਕੀਤੀਆਂ ਗਈਆਂ ਨੇ ਪਾਣੀ ਦੀ ਸਪਲਾਈ ਲਈ। ਕਿਸਾਨਾਂ ਦੇ ਅੰਦੋਲਨ ਦੇ ਵਿੱਚ ਇਹ ਗੱਡੀਆਂ ਨੇ ਜਿਹੜੀਆਂ ਇਹ ਪਾਣੀ ਸਪਲਾਈ ਕਰਨਗੀਆਂ ਕਿਸਾਨਾਂ ਦਾ ਜਿਹੜਾ ਰਹਿਣ ਬਸੇਰਾ ਹੈ ਉਹਦੇ ਤੱਕ ਜਿਹੜੇ ਪਾਣੀ ਦੇ ਰੈਫਰ ਨੇ ਉਹ ਪਹੁੰਚਾਏ ਜਾਣਗੇ। ਤੇ ਤਕਰੀਬਨ 1100 ਦੇ ਕਰੀਬ ਜਿਹੜੇ ਪਾਣੀ ਦੇ ਰੈਫਰ ਨੇ ਉਹ ਇਹਨਾਂ ਵੱਲੋਂ ਤਿਆਰ ਕੀਤੇ ਗਏ ਨੇ। ਇਹਨਾਂ ਦਾ ਕਹਿਣਾ ਹੈ ਕਿ ਅਸੀਂ ਹੋਰ ਵੀ ਜੇ ਕੋਈ ਦਿੱਕਤ ਆ, ਹੋਰ ਵੀ ਮੁਸ਼ਕਲ ਆਉਂਦੀ ਆ, ਉਹਦੇ ਲਈ ਤਿਆਰ ਆ, ਤੇ ਆਪਣੇ ਫ਼ੋਨ ਨੰਬਰ ਵੀ ਦਿੱਤੇ ਗਏ ਨੇ ਕਿ ਸਾਡੇ ਨਾਲ ਸੰਪਰਕ ਕੀਤਾ ਜਾਵੇ। ਤੇ ਅੱਗੇ ਅਸੀਂ ਅੰਦਰ ਵੀ ਤੁਹਾਨੂੰ ਦਿਖਾਉਂਦੇ ਆ ਇਹਨਾਂ ਦੇ ਵੱਡੇ ਵੱਡੇ ਜਿਹੜੇ ਸ਼ੋਅਰੂਮ ਸੀਗੇ, ਕੱਪੜੇ ਦੇ ਸ਼ੋਅਰੂਮ ਸੀਗੇ, ਵੱਡਾ ਇਹਨਾਂ ਦਾ ਨਾਮ ਸੀਗਾ, ਵੱਡਾ ਹੋਟਲ ਸੀਗਾ ਜਿਹੜਾ ਇੱਥੇ ਗੋਲਡਨ ਹੱਟ ਦੇ ਨਾਂ ਤੇ ਚਲਾਇਆ ਜਾ ਰਿਹਾ ਸੀਗਾ। ਜਦੋਂ ਤੋਂ ਕਿਸਾਨੀ ਅੰਦੋਲਨ ਚੱਲਿਆ ਇਹ ਜਿਹੜਾ ਗੋਲਡਨ ਹੱਟ ਨਾਂ ਦਾ ਹੋਟਲ ਹੈ ਇਹ ਬਿਲਕੁਲ ਬੰਦ ਪਿਆ ਹੈ। ਕਿਸਾਨਾਂ ਨੂੰ ਸੌਂਪ ਦਿੱਤਾ ਗਿਆ। ਕਿਸਾਨਾਂ ਦੀਆਂ ਸੁੱਖ ਸਹੂਲਤਾਂ ਦੇ ਲਈ, ਕਿਸਾਨਾਂ ਦੇ ਲੰਗਰਾਂ ਦੇ ਪ੍ਰਬੰਧ ਨੇ ਜਿਹੜੇ ਇੱਥੇ ਕੀਤੇ ਜਾਂਦੇ ਨੇ। ਵੱਡੀ ਗਿਣਤੀ 'ਚ ਜਿਹੜੇ ਕਿਸਾਨ ਨੇ ਇੱਥੇ ਆਪਣਾ ਰਹਿਣ ਬਸੇਰਾ ਬਣਾ ਕੇ ਰਹਿ ਰਹੇ ਨੇ। ਬਾਥਰੂਮਾਂ ਦੀਆਂ ਤੇ ਹੋਰ ਵੀ ਜੋ ਵੀ ਸਹੂਲਤਾਂ ਨੇ ਸਾਰੀਆਂ ਕਿਸਾਨਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ। ਵੱਡੀ ਗਿਣਤੀ 'ਚ ਇੱਥੇ ਕਿਸਾਨ ਆਗੂ ਨੇ, ਜਿਹੜੇ ਕਿਸਾਨ ਨੇ ਉਹ ਵੀ ਪਹੁੰਚੇ ਨੇ। ਅਸੀਂ ਤੁਹਾਨੂੰ ਹੋਰ ਵੀ ਦਿਖਾਉਂਦੇ ਹਾਂ ਅੱਗੇ ਕਿ ਕਿਸ ਤਰ੍ਹਾਂ ਦਾ ਉਹ ਸੀਗਾ ਇਹਨਾਂ ਦੇ। ਤੇ ਅੰਦਰ ਦਿਖਾਵਾਂਗੇ ਤੁਹਾਨੂੰ ਜ਼ਰੂਰ ਕਿ ਇਹਨਾਂ ਨੇ ਅੰਦਰ ਕਾਫੀ ਇਹਨਾਂ ਦਾ ਜਿਹੜਾ ਬਿਜ਼ਨਸ ਸੀਗਾ, ਵੱਡਾ ਬਿਜ਼ਨਸ ਸੀ, ਇਹਨਾਂ ਵੱਲੋਂ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ। ਤੇ ਇੱਧਰ ਤੁਹਾਨੂੰ ਦਿਖਾਵਾਂਗੇ ਜਦੋਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਦੋਂ ਤੋਂ ਹੀ ਇਹ ਬਿਲਕੁਲ ਬੰਦ ਪਿਆ ਹੈ। ਇੱਥੇ ਇਹਨਾਂ ਦਾ ਸ਼ੋਅਰੂਮ ਸੀਗਾ, ਜਿਹੜਾ ਕੱਪੜੇ ਦਾ ਵੱਡਾ ਸ਼ੋਅਰੂਮ ਸੀਗਾ, ਉਹ ਵੀ ਬੰਦ ਪਿਆ ਹੈ। ਤੇ ਕਿਸਾਨਾਂ ਲਈ ਰਹਿਣ ਬਸੇਰੇ ਬਣਾ ਦਿੱਤੇ ਗਏ ਨੇ। ਇੱਥੇ ਕਿਸਾਨਾਂ ਲਈ ਹਰ ਇੱਕ ਸਹੂਲਤ ਹੈ ਜਿਹੜੀ ਉਹ ਮੁਹੱਈਆ ਕਰਵਾਈ ਜਾ ਰਹੀ ਆ। ਪੱਖੇ ਲੱਗੇ ਨੇ, ਸਪੈਸ਼ਲ ਗੱਦੇ ਰੱਖੇ ਨੇ ਕਿਸਾਨਾਂ ਲਈ। ਬਾਥਰੂਮ ਦੀਆਂ ਸੇਵਾਵਾਂ ਨੇ ਜਿਹੜੀਆਂ ਉਹ ਵੀ ਕਿਸਾਨਾਂ ਲਈ ਦਿੱਤੀਆਂ ਜਾ ਰਹੀਆਂ ਨੇ। ਵੱਡਾ ਯੋਗਦਾਨ ਹੈ ਜਿਹੜਾ ਕਿਸਾਨੀ ਅੰਦੋਲਨ ਵਿੱਚ ਰਾਮ ਸਿੰਘ ਜੀ ਰਾਣਾ ਵੱਲੋਂ ਪਾਇਆ ਜਾ ਰਿਹਾ ਹੈ। ਇੱਧਰ ਵੀ ਦਿਖਾਵਾਂਗੇ ਕਾਫੀ ਵੱਡੀ ਜਿਹੜੇ ਇਹਨਾਂ ਦੇ ਸ਼ੋਅਰੂਮ ਸੀਗੇ ਉਹ ਬਿਲਕੁਲ ਉਦੋਂ ਤੋਂ ਹੀ ਬੰਦ ਪਏ ਨੇ ਜਦੋਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਦੇ ਰਹਿਣ ਦੇ ਲਈ ਇੱਥੇ ਰਹਿਣ ਬਸੇਰੇ ਬਣਾ ਦਿੱਤੇ ਗਏ ਨੇ। ਕਿਸਾਨ ਦਿਨ ਰਾਤ ਇੱਥੇ ਆਰਾਮ ਕਰਦੇ ਨੇ। ਬਿਜਲੀ ਦਾ ਪ੍ਰਬੰਧ ਆ, ਪੱਖੇ ਚੱਲ ਰਹੇ ਨੇ, AC ਲੱਗੇ ਨੇ
ਤੇ ਹਰ ਇੱਕ ਸਹੂਲਤਾਂ ਨੇ ਜਿਹੜੀਆਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ। ਰਾਮ ਸਿੰਘ ਜੀ ਰਾਣਾ ਵੱਲੋਂ ਵੱਡੇ ਦਿਲ ਵਾਲੇ ਜਿਹੜੇ ਇਨਸਾਨ ਹੁੰਦੇ ਨੇ ਉਹੀ ਇਦਾਂ ਦੇ ਕੰਮ ਕਰਦੇ ਨੇ, ਤਾਂ ਇਹ ਕਹਿਣਾ ਬਣਦਾ ਹੈ ਕਿ ਇੱਕ ਨੇਕ ਰੂਹ ਨੇ, ਜਿਹੜੀ ਰੱਬੀ ਰੂਹ ਨੇ ਰਾਣਾ ਜੀ, ਰਾਮ ਸਿੰਘ ਰਾਣਾ ਜੀ, ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਤੇ ਉਹਨਾਂ ਨਾਲ ਵੀ ਗੱਲ ਕਰਾਂਗੇ, ਉਹ ਕਿਸ ਤਰ੍ਹਾਂ ਦੇਖਦੇ ਨੇ, ਕਿਸ ਤਰ੍ਹਾਂ ਕੀ ਸੋਚਦੇ ਨੇ ਉਹ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। हाँ जी। ਕੀ ਲੱਗ ਰਿਹਾ ਜੀ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ? ਬਹੁਤ ਸੇਵਾਵਾਂ ਤੁਸੀਂ ਨਿਭਾ ਰਹੇ ਹੋ, ਪਾਣੀ ਦੀ ਸੇਵਾ ਕੀਤੀ ਜਾ ਰਹੀ ਆ ਤੇ ਹੋਰ ਵੀ ਕਾਫੀ ਜਿਹੜੇ ਸੇਵਾਵਾਂ ਨੇ ਜਦੋਂ ਤੋਂ ਅੰਦੋਲਨ ਚੱਲ ਰਿਹਾ ਹੈ ਤੇ ਉਦੋਂ ਤੋਂ ਤੁਸੀਂ ਸੇਵਾਵਾਂ ਨਿਭਾ ਰਹੇ ਹੋ। ऐसे जी एक मेरा सौभाग्य है, उस परमात्मा ने मेरे को इतना सामर्थ्य दिया है कि मैं सेवा कर पाऊँ। और जब मेरे पास परमात्मा ने सामर्थ्य दिया और मैं ना करूँ तो मेरे से गिरा हुआ आदमी कोई नहीं होगा सर। तो मेरे लिए तो ये वो पल हैं जिनका कोई मोल नहीं होता, वो अनमोल टाइम है मेरे लिए ये। और मैं ये सेवा जब तक आंदोलन चलेगा, उससे भी एक हफ्ते बाद तक की, चाहे मेरे से कोई रिटर्न में ले ले, मैं पीछे हटने वाला नहीं हूँ, कोई दिक्कत नहीं है उसमें। ਜੀ जी। ਪਰਿਵਾਰ ਵੱਲੋਂ ਨਹੀਂ ਕਿਹਾ ਜਾ ਰਿਹਾ ਕਿ ਤੁਸੀਂ ਕਿਹੜੇ ਕੰਮ 'ਚ ਪੈ ਗਏ ਹੋ? ਚੰਗਾ ਭਲਾ ਬਿਜ਼ਨਸ ਚੱਲਦਾ ਸੀਗਾ ਤੇ ਤੁਸੀਂ ਆਪਣਾ ਜਿਹੜਾ ਕੰਮਕਾਰ ਠੱਪ ਕਰੀ ਬੈਠੇ ਹੋ, ਕਿਸੇ ਦਾ ਰਿਸ਼ਤੇਦਾਰ ਦਾ ਜਾਂ ਪਰਿਵਾਰ ਦਾ ਇਦਾਂ ਦੀ ਕੋਈ ਸਲਾਹ ਤਾਂ ਨਹੀਂ? नहीं, पूरा सहयोग है जी, परिवार के सहयोग से ही सब कुछ संपन्न होता है। उनको बड़ी खुशी मिलती है कि हम एक, मेरे पापा ऐसे हैं, मेरी पति ऐसे हैं, मेरे बेटे ऐसे हैं, मेरे भाई ऐसे, पूरे परिवार को गर्व होता है। तो मुझे उन पे गर्व होता है कि उनकी सपोर्ट से मैं इतना कुछ कर रहा हूँ। ਵਾਕਈ ਭਾਗਾਂ ਵਾਲੇ ਹੋ ਤੁਸੀਂ, ਤੁਹਾਨੂੰ ਇਹੋ ਜਿਹਾ ਪਰਿਵਾਰ ਮਿਲਿਆ ਜਿਹੜਾ ਤੁਹਾਨੂੰ ਸਹਿਯੋਗ ਕਰ ਰਹੇ ਨੇ। ਅਜਿਹੇ ਜਿਹੜੇ ਅੰਦੋਲਨ ਨੇ ਉਹਨਾਂ ਦੇ ਵਿੱਚ ਤੁਸੀਂ ਯੋਗਦਾਨ ਪਾ ਰਹੇ ਹੋ। ਜਨ ਅੰਦੋਲਨ ਆ ਇਹ, ਤੇ ਤੁਸੀਂ ਆਪਣੀ ਜ਼ਮੀਨ ਦਾ ਵੀ ਪਤਾ ਲੱਗਿਆ ਵੀ ਥੋੜੀ ਬਹੁਤੀ ਜ਼ਮੀਨ ਤੁਸੀਂ ਪੰਪ, ਪੈਟਰੋਲ ਪੰਪ ਬਿਜ਼ਨਸ ਕਰਨ ਨੂੰ ਰੱਖੀ ਸੀਗੀ, ਉਹ ਵੀ ਵੇਚੀ ਹੈ। ऐसा है जी, ये ज़रूरी है। डिसीजन अगर बड़े लेने हैं तो खर्चे बड़े होते हैं। डिसीजन खाली अगर कापियों में, कागज़ों में लेने हो तो गवर्नमेंट बहुत लेती है, लेकिन अगर कुछ करना है तो उसके लिए कुछ खोना पड़ता है। अब हमारे पास गवर्नमेंट ने पैसा तो दे नहीं रखा, ना छोड़ रखा। मेरे पास जो 3-4 करोड़ रुपए के आसपास आंदोलन में लग चुका है। अब जो ये स्टेप था, ये भी एक मोटा स्टेप था, लगभग 1.5-2 करोड़ के आसपास का। तो इसके लिए ज़रूरी थी पेमेंट। और मैंने कभी किसी के आगे, परमात्मा की दया से, मैं नहीं चाहता कभी हाथ फैलाना पड़े। हाँ ठीक है, सहयोग एक अलग चीज़ है, किसी भाई का मन हो तो करे, ना मन हो तो कोई दबाव नहीं है, लेकिन हम किसी को नहीं दो जोड़ दे सकते। तो मैंने इसकी शुरुआत अपने पास से की है। आगे चलाना उस वाहिगुरु परमात्मा के हाथ है, या जो किसान भाई है, किसान समाज है पूरे का पूरा, उनके। ਸਰਕਾਰਾਂ ਵੱਲੋਂ ਵੀ ਤੁਹਾਨੂੰ ਰੋਕਣ ਦੇ ਲਈ ਜਾਂ ਤੁਹਾਡੇ ਤੇ ਕੋਈ ਪ੍ਰੈਸ਼ਰ ਬਣਾਇਆ ਜਾ ਰਿਹਾ ਹੋਊਗਾ, ਕਿਉਂਕਿ ਬੀਜੇਪੀ ਦੀ ਸਰਕਾਰ ਆ ਹਰਿਆਣੇ ਦੇ ਵਿੱਚ, ਕਿਸਾਨਾਂ ਨੂੰ ਔਨ ਟਾਈਮ ਬੜੇ ਬੈਰੀਗੇਟਿੰਗ ਕੀਤੇ ਗਏ ਨੇ ਤੇ ਤੁਸੀਂ ਕਿਸਾਨਾਂ ਨੂੰ ਸਹਿਯੋਗ ਕਰ ਰਹੇ ਹੋ, ਕਿਸਾਨਾਂ ਲਈ ਲੰਗਰ ਲਗਾ ਰਹੇ ਹੋ, ਕਿਸਾਨਾਂ ਲਈ ਹਰ ਸੁੱਖ ਸਹੂਲਤ ਦਾ ਪ੍ਰਬੰਧ ਕਰ ਰਹੇ ਹੋ, ਤੁਹਾਡੇ ਤੇ ਵੀ ਪ੍ਰੈਸ਼ਰ ਹੋਊਗਾ। ऐसे जो गवर्नमेंट अपना काम कर रही है वो करे, हमें खुशी है भाई, चलो ठीक है, गवर्नमेंट असली चेहरा हमारे सामने आ रहा है। तो बाकी जो टेंशन नहीं है मेरे को, एक पैसे की टेंशन नहीं है। अगर मेरे को टेंशन होती तो मैं कभी का बंद कर देता। आज 5 महीने लगभग हो चुके हैं और 6ठे महीने में हम एंट्री करने वाले हैं, तो घबराने की जरूरत नहीं है। ये तो ऐसे ही चलेगा, ये लड़ाई तो जब तक आंदोलन है तब तक है, देखेंगे उसके बाद भी जो होगा परमात्मा करेगा, सुख शांति रखेगा। ਤੁਸੀਂ ਦੱਸਿਆ ਪਹਿਲਾਂ ਤੁਹਾਡਾ ਸਟਾਰਟਿੰਗ 'ਚ ਚਾਹ ਦਾ ਕਾਰੋਬਾਰ ਸੀਗਾ, ਚਾਹ ਦਾ ਕੰਮ ਕਰਦੇ ਸੀਗੇ ਤੇ ਉੱਥੋਂ ਤੁਸੀਂ ਮਿਹਨਤ ਕੀਤੀ ਆ, ਪਰਮਾਤਮਾ ਨੇ ਰੰਗ ਲਾਇਆ, ਇੱਥੇ ਤੱਕ ਪਹੁੰਚੇ ਹੋ। ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਚਾਹ ਦਾ ਕੰਮ ਕਰਦੇ ਸੀਗੇ, ਤੁਸੀਂ ਚਾਹ ਦਾ ਕੰਮ ਕਰਦੇ ਕਰਦੇ ਤੁਹਾਨੂੰ ਜਿੰਨਾ ਕੁ ਦਿੱਤਾ ਉਹ ਵੀ ਤੁਸੀਂ ਲੋਕਾਂ ਨੂੰ ਦੇਤਾ, ਲੋਕਾਂ ਲਈ ਸਮਰਥ ਜੋ ਵੀ ਸੇਵਾ ਸੀਗੀ ਉਹ ਕਰਤੀ। ਤੇ ਪ੍ਰਧਾਨ ਮੰਤਰੀ ਨੇ ਉਹ ਕੁਰਸੀ ਤੇ ਬੈਠ ਕੇ ਨੇ ਪਰ ਫਿਰ ਵੀ ਲੋਕਾਂ ਨੂੰ ਮਾਰਨ ਦੀ ਸੋਚ ਕਰ ਰਹੇ ਨੇ। ऐसे जी, हमने अपनी मेहनत से रंग लगाए हैं, हमने किसी का दिल दुखा के या किसी का हक खा के नहीं रंग लगाए हैं। और जब मेहनत पे विश्वास होता है ना, तो चाहे कल फिर चाहे का होक्का लगाना पड़ जाए, परमात्मा अब जो पोजीशन 15 साल में आई है, क्या पता 5 साल में ही आ जाएगी, कि अब जो हमने नुकसान खाए हैं उसका हिसाब आ चुका है। अब नुकसान नहीं होगा, फायदे की तरफ। ਕਦੋਂ ਤੁਸੀਂ ਚਾਹ ਦਾ ਖੋਖਾ ਕਦੋਂ ਲਗਾਉਂਦੇ ਸੀਗੇ? ये तो बड़ी पुरानी 2004 की बात है, लगभग 17 साल हो चुके हैं। आप भी इस चक्कर में मत पड़ जाना कि चाय वाले को परमात्मा ज्यादा देता है, कभी आप भी चाय की रेडी लगानी शुरू कर दो। इस चक्कर में मत पड़ जाना। ਚਾਹ ਵਾਲੇ ਦੀ ਗੱਲ ਕੀਤੀ ਜਾਵੇ, ਪ੍ਰਧਾਨ ਮੰਤਰੀ ਨੂੰ ਚਾਹ ਵਾਲਾ ਕਿਹਾ ਜਾਂਦਾ ਹੈ ਕਿ ਚਾਹ ਵੇਚਦਾ ਸੀਗਾ, ਪਰ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਦੀਆਂ ਨੀਤਾਂ ਨੇ ਜੋ ਉਹ ਕੁਝ ਹੋਰ ਨੇ। ਪਰ ਇਹ ਨੇ ਜਿਹੜੇ ਲੋਕਾਂ ਵਾਸਤੇ ਆਪਣਾ ਜੋ ਵੀ ਕਮਾਇਆ ਸੀਗਾ ਲੋਕਾਂ ਦੇ ਨਾਂ ਲਗਾ ਰਹੇ ਨੇ, ਅੰਦੋਲਨ 'ਚ ਆਪਣਾ ਦਾਨ ਕਰ ਰਹੇ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? तप से राज, राज से नरक, ऐसे ही होता है जी। ये आदमी के कर्म हैं। मैं आपको एक उदाहरण दूँ।
एक आदमी भूखा मरता था, कभी रोटी मिल गई कभी नहीं मिली। उसको एक महात्मा मिला, उसने उस महात्मा से पूछा, महात्मा जी मैंने ऐसा क्या कर दिया कि मेरे को तो पेट भर खाना ही नहीं मिलता। आप तो परमात्मा से मिलते हैं, आप परमात्मा से मिल के पूछ के बताओ मेरे को मैंने क्या ऐसा कर दिया। महात्मा ने परमात्मा से मिल के पूछ के बताया 4 दिन बाद कि आपकी किस्मत में 6 क्विंटल गेहूँ है, इतने साल तक आपको जिंदा रखना है। अगर एक ही बार ज़्यादा दे दिया आपको तो साल ही निकाल पाओगे, साल बाद मर जाओगे। इतने साल तक आपको जिंदा रखना है, इसलिए थोड़ी थोड़ी दे रहे हैं। उसने सवाल किया कि महात्मा जी आप परमात्मा से कहो मेरे को तो एक ही बार दे दे, रच के खा लूँगा, मरूंगा तो मर जाऊँगा, जितने दिन जीऊँगा उतने दिन तो रच के खा लूँगा। परमात्मा ने उसकी दुआ कबूल कर ली। उसके घर 6 क्विंटल गेहूँ आ गई। उसने 6 क्विंटल का लंगर लगा दिया कि मरना तो मेरे को बाद में भी 6 क्विंटल खा के लंगर लगा दे, सभी खा लेंगे। वो बेचारे पड़ोसी भूखे, लंगर लगा दिया। अगले दिन 6 क्विंटल फिर आ गई, फिर लंगर लगा दिया। अगले दिन 6 क्विंटल फिर आ गई, फिर लंगर लगा दिया। और ऐसे उसको लंगर चलाते 8 दिन हो गए। 8 दिन से लगातार 6 क्विंटल आ रही है। अब 8 दिन बाद वो महात्मा दोबारा से मिला और उसने सवाल किया, महात्मा जी आप तो कहते थे कि आपकी किस्मत में सारी 6 क्विंटल है, मेरे पास तो 6 क्विंटल रोज की आ रही है। वो महात्मा ने कहा ये आपके नाम की नहीं आ रही, ये आपके नाम की नहीं आ रही, ये उन लोगों के नाम की आ रही जिनको आप खिला रहे हो। परमात्मा कभी किसी का नहीं रखता। यहाँ तो यहाँ वाला आदमी किसी का नहीं रखता। आप लोग किसी मजदूर से मजदूरी कराते हो, उसकी मजदूरी नहीं रखते, देते हो। ऊपर वो रखेगा किसी की नहीं रखते। और एक बात और बता दूं, कोई कहीं बैठ के खाए, खाएगा अपने कर्म का। खाने की जगह कोई हो सकती है, लेकिन खाएगा वो जो उसका लिखा है। कहते ना दाने दाने पे मोहर है, जो उसका लिखा है वो खाएगा। खाएगा कहाँ बैठ के ये नहीं पता। मैं आपके घर बैठ के खा सकता हूँ, आप मेरे घर बैठ के खा सकते हैं। ਤੇ ਹੋਰ ਜਿਹੜੇ ਕਿਸਾਨ ਨੇ, ਨੌਜਵਾਨ ਨੇ, ਉਹਨਾਂ ਨੂੰ ਕੀ ਅਪੀਲ ਕਰਨਗੇ, ਕਿਉਂਕਿ ਹੋਰ भी बहुत ज़रूरतां ने ਜਿਹੜੀਆਂ किसानी अंदोलन च चीज़ां ने ਜਿਹੜੀਆਂ ਚਾਹੀਦੀਆਂ ਨੇ, ਕੀ अपील करेंगे? देखिए हम एक तो ये अपील करेंगे कि ये सिस्टम करीब 1 तारीख से शुरू हो जाएगा। 1 तारीख के बाद कोई पानी लेके तो ना आए जी। पानी का काम तो यहाँ पे चल जाएगा, बहुत पैसों पे खर्च रहे वो ना लाए। दूसरी बात हम ये कहेंगे कि ये नंबर दिया हुआ है, जो भाई पानी की सेवा करना चाहता है इस पर कर सकता है। बहुत से लोगों की इच्छा होती है ना करने की, एक जगह मिल गई, अब 50,000 तो रोज का अब भी खर्चा आएगा ना। ये नंबर लिखा है, इस पे सेवा कर सकता है जी। ये पेटीएम लिखा हुआ है, पेपाल लिखा हुआ है। और दूसरा हम ये कहना चाहेंगे कि हर गांव में अनाज इकट्ठा करें जी। ये आटे की सेवा भी कर रहे हैं राणा जी आगे के लिए। आटे के यहाँ प्लांट लगाने वाले हैं, पीसने का, रखने की यहाँ पे जगह है। गेहूँ हम यहाँ स्टॉक करेंगे जी। जो भाई गेहूँ लेके आए पूरे गाँव से इकट्ठी करे, चाहे मुट्ठी दे, कोई किलो दे, कोई जो भी दे, कोई सब दें, थोड़े में थोड़ा, ज़्यादा में से ज़्यादा यहाँ पे रखेंगे। और उसमें से ताज़ा आटा पीस के लोगों को 25-25 किलो की थैली बना के जिसको जितनी है वो लेता रहेगा। ख़राब भी ना हो, क्योंकि हमारे पास कोई पक्का मकान तो है नहीं, बारिश पड़ गई 1 दिन में ही सारा खराब। यहाँ से उसको राणा जो है उसकी सप्लाई करते रहेंगे। ये सारा पानी ते ਜਿਹੜਾ ਰਾਸ਼ਨ है इतों ਗੱਡੀਆਂ 'ਚ सप्लाई होਊਗਾ, सारे बार्डਰਾਂ ਤੇ ਜਾਊਗਾ ਟਿੱਕਰੀ ਜਾਂ? ये राणा जी की ड्यूटी है। हाँ जी राणा जी, संयुक्त मोर्चे ने, उस परमात्मा ने, उस वाहिगुरु ने मेरे को दी है और मैं ऐसे ही हाथ पकड़ के रखूँगा भाई साहब का। और ये निभाएंगे जब तक आंदोलन है, आखिरी दिन तक हम निभाएंगे इसकी। जी धन्यवाद जी। हाँ जी, ये सन राम सिंह राणा जी, जिन्हां ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਅੰਦੋਲਨ ਚੱਲਦਾ ਹੈ ਇਹ ਡਿਊਟੀ ਅਸੀਂ ਇਸੇ ਤਰ੍ਹਾਂ ਨਿਭਾਉਂਦੇ ਰਹਾਂਗੇ ਅਤੇ ਜਿਹੜੀਆਂ ਸੇਵਾਵਾਂ ਨੇ ਉਹ ਜਾਰੀ ਰਹਿਣਗੀਆਂ। ਪਿੰਡਾਂ ਦੇ ਵਿੱਚੋਂ ਜਿਹੜੀ ਕਣਕ ਇਕੱਠੀ ਕਰਕੇ ਉਹ ਵੀ ਇੱਥੇ ਲਿਆਉਣ ਦੀ ਜਿਹੜੀ ਅਪੀਲ ਆ ਉਹ ਕੀਤੀ ਗਈ ਆ, ਕਿਉਂਕਿ ਇੱਥੇ ਇੱਕ ਪਲਾਂਟ ਆ ਜਿਹੜਾ ਆਟਾ ਚੱਕੀ ਦਾ ਪਲਾਂਟ ਲਗਾਇਆ ਜਾਊਗਾ ਤੇ ਇੱਥੇ ਸਟੋਰ ਕੀਤਾ ਜਾਊਗਾ ਜਿਹੜਾ ਕਣਕ ਗੇਹੂੰ ਜੋ ਵੀ ਆਊਗਾ ਤੇ ਉਹ ਆਟਾ ਪੀਸ ਕੇ ਕਿਸਾਨਾਂ ਤੱਕ ਪਹੁੰਚਾਇਆ ਜਾਊਗਾ, ਜਿਸ ਨੂੰ ਵੀ ਜਿੰਨੀ ਜ਼ਰੂਰਤ ਆ ਹਰ ਇੱਕ ਚੀਜ਼ ਦੀ ਸੇਵਾ ਉੱਥੇ ਮੁਹੱਈਆ ਕਰਵਾਈ ਜਾਊਗੀ। ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਸਿੰਘੂ ਬਾਰਡਰ, ਦਿੱਲੀ।